ਧੰਨ ਵਾਹਿਗੁਰੂ ਸਾਹਿਬ ਜੀ। ਤੋ ਸੋ ਨਾਨਾਥ ਅਨਾਥ ਨਾਮੋ ਸਰੂ, ਤੋ ਸੋ ਨਾਦਾਨੀ ਨਾਮੋ ਸੋ ਭਿਖਾਰੀ। ਮੋਸੋ ਨਾ ਦੀਨ ਦਇਆਲ ਨਾ ਤੋ ਸਰੂ, ਮੋਸੋ ਅਗਿਆਨੀ ਨਾ ਤੋ ਸੋ ਵਿਚਾਰੀ। ਮੋਸੋ ਨਾ ਪਤਿਤ ਪਾਵਨ ਨਾ ਤੋ ਸਰੂ, ਮੋਸੋ ਬਿਕਾਰੀ ਨਾ ਤੋ ਸੋ ਉਪਕਾਰੀ। ਮੋਰੇ ਹੈ ਅਵਗੁਣ ਤੂੰ ਗੁਣ ਸਾਗਰ, ਜਾਤ ਰਸਾਤਲ ਓਟ ਤਿਹਾਰੀ। ਧੰਨ ਵਾਹਿਗੁਰੂ ਸਾਹਿਬ ਜੀ। ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਕਹੋ ਨਾਨਕ ਨਰ ਬਾਵਰੇ, ਕਿਉ ਨਾ ਭਜੈ ਭਗਵਾਨ। ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਕਹੋ ਨਾਨਕ ਨਰ ਬਾਵਰੇ, ਕਿਉ ਨਾ ਭਜੈ ਭਗਵਾਨ। ਚਵਰ ਛਤਰ ਤਖਤ ਦੇ ਮਾਲਕ ਵਾਲੀ ਕੁਲ ਆਲਮ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਜੇ ਹੋਏ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਸਤਿਕਾਰਯੋਗ ਸਤਸੰਗੀ ਜਨੋ, ਗੁਰਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ। ਹਫ਼ਤਾਵਾਰੀ ਵਿਸ਼ੇਸ਼ ਦੀਵਾਨਾਂ ਦੇ ਵਿੱਚ ਗੁਰੂ ਮਹਾਰਾਜ ਦੀ ਮੁਬਾਰਕ ਬਾਣੀ ਸੋਦਰ ਸਾਹਿਬ ਜੀ ਦਾ ਪਾਠ ਉਪਰੰਤ ਆਪ ਜੀ ਨੇ ਸਤਿਕਾਰਯੋਗ ਹਜ਼ੂਰੀ ਜਥੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸ਼ਰਵਣ ਕੀਤਾ ਹੈ। ਚੱਲ ਰਹੀ ਲੜੀਵਾਰ ਸ਼ਲੋਕਾਂ ਦੀ ਵਿਚਾਰ ਦੇ ਵਿੱਚ 4 ਨੰਬਰ ਸ਼ਲੋਕ ਦਾ ਮੂਲ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਆਓ ਵਿਚਾਰ ਅਧੀਨ ਸ਼ਲੋਕ ਦੀ ਸਾਂਝ ਤੋਂ ਪਹਿਲਾਂ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਨੇ ਮੁਬਾਰਕ ਬਾਣੀ ਨੂੰ ਉਚਾਰਨ ਕਰਕੇ ਆਮ ਆਵਾਮ ਤੱਕ ਵੀ ਪਹੁੰਚਾਇਆ ਔਰ ਸਦਾ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਸ ਬਾਣੀ ਨੂੰ ਦਰਜ ਕਰਕੇ ਮਾਨਵਤਾ ਦਾ ਭਲਾ ਕਰ ਦਿੱਤਾ। ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੀ ਸ਼ਹਾਦਤ ਚਾਂਦਨੀ ਚੌਂਕ ਦੇ ਵਿੱਚ ਹੋਈ, ਗੁਰੂ ਮਹਾਰਾਜ ਜੀ ਨੇ ਸ਼ਹਾਦਤ ਤੋਂ ਪਹਿਲਾਂ ਬੜੇ ਲੰਮੇ ਪ੍ਰਚਾਰ ਦੌਰੇ ਕੀਤੇ ਨੇ। ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਜੇ ਕਿਸੇ ਨੇ ਲੰਮੇ ਪ੍ਰਚਾਰ ਦੌਰੇ ਕੀਤੇ ਨੇ ਤੇ ਉਹ 9ਵੇਂ ਨਾਨਕ ਗੁਰੂ ਤੇਗ ਬਹਾਦਰ ਮਹਾਰਾਜ ਪਟਨੇ ਵੱਲ ਗਏ ਨੇ, ਢਾਕੇ ਵੱਲ ਗਏ ਨੇ, ਤਮਾਮ ਸਮਾਜ ਦੇ ਮਸਲਿਆਂ ਨੂੰ ਮਹਾਰਾਜ ਜੀ ਨੇ ਸੁਲਝਾਇਆ। ਸੁਭਾਵਕ ਹੈ ਕਿ ਜਦੋਂ ਪੰਜਾਬ ਤੋਂ ਬਾਹਰ ਗੁਰੂ ਮਹਾਰਾਜ ਪ੍ਰਚਾਰ ਲਈ ਗਏ ਤੇ ਗੁਰੂ ਮਹਾਰਾਜ ਜੀ ਨੇ ਜਿਹੜੀ ਸਭ ਤੋਂ ਪ੍ਰਚਲਿਤ ਬੋਲੀ ਜਾਂ ਸਧਾਰਨ ਬੋਲੀ ਕਹਿ ਸਕਦੇ ਹਾਂ, ਸੌਖੀ ਸਿੰਪਲ ਲੈਂਗੁਏਜ ਜਿਹੜੀ ਸੀ, ਗੁਰੂ ਮਹਾਰਾਜ ਜੀ ਨੇ ਉਹ ਜ਼ਿਆਦਾ ਯੂਜ਼ ਕੀਤੀ। ਇਹੀ ਕਾਰਨ ਹੈ ਕਿ ਜਦੋਂ ਅਸੀਂ ਸ਼ਲੋਕ ਤੇ ਸ਼ਬਦ ਪੜ੍ਹਦੇ ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ, 59 ਸ਼ਬਦ ਹਨ, 57 ਸ਼ਲੋਕ ਨੇ ਔਰ ਇਹ ਸ਼ਲੋਕ ਤੇ ਤਕਰੀਬਨ ਸਿੱਖ ਸਮਾਜ ਤੇ ਚੰਗੀ ਤਰੀਕੇ ਨਾਲ ਜਾਣਦਾ ਹੈ। ਪਰ ਜੇ ਕੋਈ ਹੋਰ ਵੀ ਇਸ ਬਾਣੀ ਨੂੰ ਕੋਈ ਸੁਣੇ
ਤਾਂ ਉਹਨੂੰ ਵੀ ਸੌਖੀ ਹੀ ਗੱਲ ਸਮਝ ਆ ਪੈ ਜਾਂਦੀ ਹੈ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ, ਸਲੋਕਾਂ ਦੀ ਆਰੰਭਤਾ ਇੱਥੋਂ ਹੁੰਦੀ ਹੈ। ਗੁਰੂ ਮਹਾਰਾਜ ਜੀ ਨੇ ਪਿਛਲੇ ਸਲੋਕਾਂ ਦੇ ਵਿੱਚ ਨੌਜਵਾਨੀ ਨੂੰ ਕੇਂਦਰ ਕਰਕੇ ਗੱਲ ਆਖੀ ਸੀ ਕਿ ਤਰਨਾਪੋ ਇਉਂ ਹੀ ਗਇਓ, ਕਿ ਜਿਹੜਾ ਤਰਨਾਪੋ ਦਾ ਜਵਾਨੀ ਦਾ ਵਕਤ ਹੈ ਉਹ ਇਉਂ ਹੀ ਲੰਘ ਗਿਆ, ਪਤਾ ਹੀ ਨਹੀਂ ਲੱਗਾ। ਉਸ ਤੋਂ ਅਗਲੇ ਸਲੋਕ ਵਿੱਚ ਮਹਾਰਾਜ ਨੇ ਅਗਲੀ ਏਜ ਦੀ ਜਾਂ ਅਗਲੇ ਪੜਾਅ ਦੀ ਗੱਲ ਕੀਤੀ। ਬਿਰਧ ਭਇਓ ਸੁਝੈ ਨਹੀਂ ਕਾਲ ਪਹੁੰਚਿਓ ਆਨ। ਤਰਨਾਪੋ ਦਾ ਅਰਥ ਜਵਾਨੀ ਸੀ, ਤੇ ਮਹਾਰਾਜ ਕਹਿੰਦੇ ਨੇ ਉਹਦੇ ਬਾਅਦ ਬਜ਼ੁਰਗੀ ਦੇ ਚਾਂਸ ਬਾਕੀ ਰਹਿੰਦੇ ਨੇ। ਤਰਨਾਪੋ ਇਉਂ ਗਹਿਓ ਲਿਓ ਜ਼ਰਾ ਤਨਜੀਤ, ਜ਼ਰ ਕਹਿੰਦੇ ਨੇ ਬਜ਼ੁਰਗੀ ਨੂੰ। ਪਰ ਇਸ ਸ਼ਲੋਕ 'ਚ ਮਹਾਰਾਜ ਕਹਿੰਦੇ ਨੇ ਬਿਰਧ ਦੇ ਬਾਅਦ, ਬਜ਼ੁਰਗੀ ਦੇ ਬਾਅਦ ਅਗਲਾ ਪੜਾਅ ਕੀ ਹੁੰਦਾ ਹੈ? ਬਿਰਧ ਭਇਓ ਸੁਝੈ ਨਹੀਂ ਕਾਲ ਪਹੁੰਚਿਓ ਆਨ। ਉਹਦੇ ਬਾਅਦ ਇਨਸਾਨੀ ਜੀਵਨ ਦੀ ਜਿਹੜੀ ਮਿਆਰ ਹੈ, ਏਜ ਹੈ, ਜਾਂ ਕਦਮ ਹਨ, ਪੜਾਅ ਹਨ, ਉਹਦੇ ਵਿੱਚ ਐਂਡ ਹੁੰਦਾ ਹੈ। ਜਾਂ ਤਾਂ ਬਚਪਨਾ ਹੈ, ਬਾਲਪਨ ਜਿਹਨੂੰ ਕਿਹਾ ਜਾਂਦਾ ਹੈ, 12 ਬਰਸ ਬਾਲਪਨ ਬੀਤੇ, 20 ਬਰਸ ਕੀ ਤਪਨਾ ਕੀਓ, 30 ਬਰਸ ਕੀ ਦੇਵ ਨਾ ਪੂਜਾ, ਅਬ ਪਛਤਾਨਾ ਬਿਰਧ ਪਇਓ। ਏਜ ਨੂੰ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਦਰਸਾਇਆ ਹੈ, ਔਰ ਨਾਲ ਨਾਲ ਉਸ ਏਜ ਦੇ ਸੁਭਾਅ ਤੇ ਉਹਦੀਆਂ ਲੋੜਾਂ ਵੀ ਦੱਸੀਆਂ ਹੋਈਆਂ ਨੇ। ਪਿਛਲੀ ਵਾਰ ਵੀ ਜ਼ਿਕਰ ਕੀਤਾ ਸੀ, ਜੰਮਦੇ ਬੱਚੇ ਨੂੰ ਸਭ ਤੋਂ ਪਹਿਲੀ ਲੋੜ ਕੀ ਹੋਏਗੀ? ਉਹਨੂੰ ਨਹੀਂ ਚੁਆਇਸ ਹੁੰਦੀ ਕਿ ਮੈਨੂੰ ਆਹ ਕੱਪੜਾ ਪਾਉਣਾ ਜਾਂ ਨਹੀਂ ਪਾਉਣਾ। ਇਹ 4, 5, 6 ਸਾਲ ਦੀ ਉਮਰ ਵਿੱਚ ਨਖਰੇ ਆਉਂਦੇ ਨੇ ਬੱਚਿਆਂ ਦੇ, ਮੈਂ ਆਹ ਰੰਗ ਪਾਉਣਾ ਜਾਂ ਨਹੀਂ ਪਾਉਣਾ, ਮੈਂ ਟੀ-ਸ਼ਰਟ ਨਹੀਂ ਪਾਉਣੀ ਤੇ ਸ਼ਰਟ ਪਾਉਣੀ ਹੈ, ਪੈਂਟ ਨਹੀਂ ਨਿੱਕਰ ਪਾਉਣੀ ਹੈ। ਇਹ ਚੁਆਇਸ ਉਦੋਂ ਸ਼ੁਰੂ ਹੋਏਗੀ, ਕਲਰ ਸ਼ੁਰੂ ਉਦੋਂ ਹੋਣਗੇ, ਚੁਆਇਸ ਆਰੰਭ ਹੋ ਜਾਂਦੀ ਹੈ। ਪਰ ਸਟਾਰਟਿੰਗ ਦੇ ਵਿੱਚ ਸਭ ਤੋਂ ਪਹਿਲੀ ਜ਼ਰੂਰਤ ਹੁੰਦੀ ਹੈ ਪੇਟ ਦੀ। ਭੁੱਖ ਲੱਗਦੀ ਤੇ ਰੋਂਦਾ ਹੈ, ਬਸ ਉਹਦਾ ਪਿਆਰ ਉਸ ਚੀਜ਼ ਦੇ ਨਾਲ ਹੈ। ਸਟਾਰਟਿੰਗ ਪਕੜ ਕਿਹੜੀ ਚੀਜ਼ ਤੋਂ ਹੋਈ ਹੈ? ਗੁਰੂ ਮਹਾਰਾਜ ਨੇ ਫਿਰ ਸਹਿਜੇ ਸਹਿਜੇ ਕਰਕੇ ਜ਼ਰੂਰਤਾਂ ਦਿਖਾਈਆਂ। ਪਹਿਲੇ ਪਿਆਰ ਲਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ। ਦੂਸਰੀ ਸਟੇਜ ਵਿੱਚ ਪਤਾ ਲੱਗਦਾ ਮਾਂ ਹੈ, ਪਿਓ ਹੈ। ਤੀਜੇ ਭਈਆ ਭਾਬੀ ਬੇਵਾ ਮੇਰੇ ਭੈਣ ਭਰਾ ਨੇ। ਚੌਥੇ ਪਿਆਰ ਉਪੰਨੀ ਖੇਡ, ਫਿਰ ਖੇਡਾਂ ਵਾਲੇ ਪਾਸੇ ਜਾਏਗਾ, ਖੇਡਾਂ ਚੂਜ਼ ਕਰਦਾ ਹੈ ਕਿ ਮੈਂ ਹੁਣ ਗਰਾਊਂਡ 'ਚ ਨਿਕਲਾਂ, ਹੋਰ ਫਰੈਂਡ ਸਰਕਲ 'ਚ ਜਾਵਾਂ। ਚੌਥੇ ਪਿਆਰ ਉਪੰਨੀ ਖੇਡ। ਪੰਜਵੇਂ ਖਾਣ ਪੀਣ ਕੀ ਧਾਤ, ਉਸ ਸਟੇਜ ਵਿੱਚ ਖਾਣ ਪੀਣ ਦਾ ਸ਼ੌਂਕ ਵਧੇਗਾ। ਛੇਵੇਂ ਕਾਮ ਨਾ ਪੁੱਛੇ ਜਾਤ, ਸਤਵੇਂ ਸੰਜ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ। ਹੌਲੀ ਹੌਲੀ ਕਰਕੇ ਫੈਮਿਲੀ ਦੇ ਵਿੱਚ ਘਿਰ ਗਿਆ, ਵਿਆਹ ਕਰਾ ਲਿਆ, ਗਾਂ ਬੱਚੇ ਸ਼ੁਰੂ ਹੋ ਗਏ, ਪਰਿਵਾਰ ਵੱਡਾ ਹੋ ਗਿਆ, ਜ਼ਿੰਮੇਵਾਰੀਆਂ ਸਿਰ ਤੇ ਪੈ ਗਈਆਂ। ਹੁਣ ਨਿੱਕੀ ਨਿੱਕੀ ਗੱਲ ਤੇ ਖਿੱਚਦਾ, ਗੁੱਸਾ ਕਰਦਾ, ਕ੍ਰੋਧ ਆਉਂਦਾ। ਅੱਠਵੇਂ ਕ੍ਰੋਧ ਹੋਆ ਤਨ ਨਾਸ, ਤੇ ਬਲੱਡ ਪ੍ਰੈਸ਼ਰ ਵਧਣ ਲੱਗ ਪੈਂਦਾ, ਬਿਮਾਰੀਆਂ ਘੇਰ ਲੈਂਦੀਆਂ ਨੇ। ਹੁਣ ਨਿੱਕੀ ਨਿੱਕੀ ਗੱਲ ਤੇ ਜਦੋਂ ਖਿੱਚ ਆਏਗੀ, ਗੁੱਸਾ ਆਏਗਾ, ਸਟ੍ਰੈਸ ਹੈ, ਕਿਤੇ ਡਿਪਰੈਸ਼ਨ ਦੀ ਅਲਾਮਤ ਹੈ। ਮਹਾਰਾਜ ਕਹਿੰਦੇ ਸਹਿਜੇ ਸਹਿਜੇ ਕਰਕੇ ਬੰਦੇ ਦਾ ਪੜਾਅ ਇਹ ਹੁੰਦਾ। ਫਿਰ ਨੌਵੇਂ ਧੌਲੇ ਉੱਭੇ ਸਾਹ, ਉਸ ਸਟੇਜ ਤੇ ਜਾ ਕੇ ਹੌਲੀ ਹੌਲੀ ਕਰਕੇ ਕੇਸਾਂ ਦੇ ਰੰਗ ਬਦਲਨੇ ਸ਼ੁਰੂ ਹੋ ਜਾਂਦੇ ਨੇ। ਧੌਲੇ ਕਹਿੰਦੇ ਨੇ ਚਿੱਟੇ ਨੂੰ, ਚਿੱਟੇ ਕੇਸ ਹੋਣੇ ਸ਼ੁਰੂ ਹੋ ਜਾਣਗੇ। 10ਵੇਂ ਦੱਦਾ ਹੋਆ ਸਿਆਹ, ਗਏ ਸੰਗੀਤ ਪੁਕਾਰੀ ਧਾ। ਮਹਾਰਾਜ ਕਹਿੰਦੇ ਨੇ ਹੋਇਆ ਕੀ? ਕਹਿੰਦੇ ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸਦਿਓ ਕਾਉ। ਪਿੱਛੇ ਪਰਿਵਾਰ ਵਾਲੇ ਉਹਦੇ ਆਉਣ ਦੇ ਚਲੇ ਜਾਣ ਦੇ ਬਾਅਦ, ਆ ਕੇ ਚਲਾ ਗਿਆ ਜਦੋਂ ਵਾਪਸ ਪਰਤ ਗਿਆ, ਕਹਾਣੀ ਮੁੱਕ ਗਈ, ਜੀਵਨ ਲੀਲਾ ਹੀ ਸਮਾਪਤ ਹੋ ਗਈ। ਪਿੱਛੇ ਪਰਿਵਾਰ ਵਾਲੇ ਕਰਮ ਕਾਂਡਾਂ ਦਾ ਸਹਾਰਾ ਲੈ ਕੇ ਸ਼ਰਾਧਾਂ ਦੀ ਉਡੀਕਾਂ ਕਰਦੇ ਨੇ ਹਰ ਸਾਲ, ਤੇ ਕਾਵਾਂ ਨੂੰ ਸੱਦੇ ਦੇ ਕੇ ਤੇ ਉਹਦੇ ਨਾਂ ਦੀਆਂ ਚੂਰੀਆਂ ਪਾਉਂਦੇ ਨੇ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਪਿੱਛੇ ਪੱਤਲ ਸਦਿਓ ਕਾਉ। ਮਹਾਰਾਜ ਕਹਿੰਦੇ ਨੇ ਨਾਨਕ ਮਨਮੁਖ ਅੰਧ ਗੁਬਾਰ, ਬਾਜ ਗੁਰੂ ਡੁੱਬਾ ਸੰਸਾਰ। ਏਦਾਂ ਹਰ ਇੱਕ ਬੰਦੇ ਨਾਲ ਹੀ ਵਾਪਰ ਰਿਹਾ, ਉਹਨੂੰ ਸਮਝ ਨਹੀਂ ਆ ਪਾਉਂਦੀ। ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਸਾਨੂੰ ਗੁਰੂ ਦੀ ਲੋੜ ਪੈਂਦੀ ਕਿਉਂ ਹੈ? ਗੁਰੂ ਨਾਲ ਕਿਉਂ ਰਿਲੇਸ਼ਨਸ਼ਿਪ ਬਣਾਈਏ?
ਕਿਉਂਕਿ ਗੁਰੂ ਤੋਂ ਬਗੈਰ ਗੱਲ ਸਮਝ ਨਹੀਂ ਪੈ ਰਹੀ ਹੁੰਦੀ ਅਸਲ ਦੇ ਵਿੱਚ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਗੈਰ ਐ ਡਾਰਕ ਹਨੇਰਾ ਇੱਕਦਮ, ਜ਼ਿੰਦਗੀ ਇੱਕਦਮ ਭੁਲੇਖੇ ਵਿੱਚ ਹੈ। ਤੁਰੇ ਜਾ ਰਹੇ ਹਾਂ, ਸਹੂਲਤਾਂ ਮੰਨ ਰਹੇ ਹਾਂ, ਪਰ ਰੀਜ਼ਨ ਨਹੀਂ ਪਤਾ, ਕਿਸੇ ਵੀ ਗੱਲ ਦਾ ਕਾਰਨ ਨਹੀਂ ਪਤਾ ਲੱਗ ਪਾ ਰਿਹਾ। ਉਹ ਇਨਪੁਟ ਗਲਤ ਬੀਜ ਲੈਂਦਾ ਹੈ, ਆਊਟਪੁੱਟ ਉਹਦੀ ਗਲਤ ਆਉਂਦੀ ਹੈ ਤੇ ਰੋਣਾ ਸ਼ੁਰੂ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਨੇ ਕਰਮ ਵੱਲ ਵੇਖ, ਰੱਬ ਦਾ ਕਸੂਰ ਨਹੀਂ ਇਹਦੇ ਵਿੱਚ। ਉਹਨੇ ਤੈਨੂੰ ਗਰਾਊਂਡ ਦਿੱਤਾ ਹੈ, ਸਹੂਲਤਾਂ ਮੁਹੱਈਆ ਕਰਾਈਆਂ ਨੇ, ਪਰ ਕਰਮੀ ਆਪੋ ਆਪਣੀ। ਤੇਰੇ ਕਰਮ ਦੀ, ਤੇਰੇ ਇਨਪੁਟ ਦੀ ਫਰੀਡਮ ਤੈਨੂੰ ਦਿੱਤੀ ਹੈ, ਪਰ ਇਹ ਧਿਆਨ 'ਚ ਰੱਖੀ ਜੋ ਬੀਜ ਰਹੇ ਹੈ ਆਊਟਪੁੱਟ ਉਹੀ ਮਿਲਣੀ ਹੈ, ਬਦਲੀ ਨਹੀਂ ਜਾ ਸਕਦੀ। ਸੋ ਇਹ ਕਾਰਨ ਹੈ ਕਿ ਮਹਾਰਾਜ ਇਸ ਦੇ ਅਕੋਰਡਿੰਗ ਧਿਆਨ ਦਿਵਾਉਂਦੇ ਨੇ। ਪਿਛਲੇ ਸ਼ਲੋਕ 'ਚ ਆਖਿਆ ਸੀ ਜਵਾਨੀ ਬੜੀ ਵੱਡੀ ਦਾਤ ਹੈ ਰੱਬ ਦੀ, ਇਹਨੂੰ ਸੰਭਾਲ, ਇਹਦੇ 'ਚ ਬੜਾ ਕੁਝ ਕੀਤਾ ਜਾ ਸਕਦਾ, ਸਮਾਜ ਦਾ ਭਲਾ ਕੀਤਾ ਜਾ ਸਕਦਾ। ਪਰ ਜਦੋਂ ਲੰਘ ਗਈ, ਜ਼ਰ ਆ ਗਿਆ, ਬੁਢੇਪਾ ਆ ਗਿਆ, ਤੇ ਮਹਾਰਾਜ ਕਹਿੰਦੇ ਹੁਣ ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਉਹਦੇ ਅੱਗੇ ਤੇ ਹੁਣ ਕੁਝ ਰਹਿ ਵੀ ਨਹੀਂ ਜਾਂਦਾ। ਪਰ ਜੇ ਹੁਣ ਬਿਰਧ ਆ ਗਿਆ, ਇੱਕ ਹੋਰ ਮੈਂ ਬੇਨਤੀ ਕਰਾਂ, ਇਸ ਨੁਕਤੇ ਨੂੰ ਥੋੜਾ ਜਿਹਾ ਹੋਰ ਕਲੀਅਰ ਕਰ ਲਈਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਗੌਰ ਨਾਲ ਪੜ੍ਹੀਏ ਤੇ ਮਹਾਰਾਜ ਜੀ ਨੇ ਬਜ਼ੁਰਗੀ ਬਾਰੇ ਇੱਕ ਹੋਰ ਬੜਾ ਨੇਕ ਖਿਆਲ ਦਿੱਤਾ। ਉੱਥੇ ਗੁਰੂ ਸਾਹਿਬ ਨੇ ਆਖਿਆ ਕਿ ਅਸਲ ਵਿੱਚ ਬੁੱਢੇ ਦੀ, ਬਜ਼ੁਰਗੀ ਦੀ ਕੀ ਡੈਫੀਨੇਸ਼ਨ ਬਣ ਸਕਦੀ ਹੈ। ਬਜ਼ੁਰਗੀ ਅਸਲ ਜਿਹਨੂੰ ਅਸੀਂ ਕਹਿੰਦੇ ਹਾਂ ਨਾ ਬਿਰਧ, ਉਹਦੀ ਪਹਿਚਾਣ ਕੀ ਹੁੰਦੀ ਹੈ, ਉਹਦਾ ਮਾਇਨਾ ਕੀ ਹੈ, ਉਹਦਾ ਮਿਆਰ ਕੀ ਹੈ। ਉੱਥੇ ਸਿਰਫ ਕਮਜ਼ੋਰੀ ਹੈ। ਬਾਣੀ ਵਿੱਚ ਕਮਜ਼ੋਰੀ ਦੇ ਅਰਥਾਂ ਵਿੱਚ ਵੀ ਬੁੱਢਾ ਸ਼ਬਦ ਆਇਆ। ਮਨਮੁਖ ਬਾਲਕ ਬਿਰਧ ਸਮਾਨ ਹੈ, ਜਿਨ੍ਹਾਂ ਅੰਤਰ ਹਰ ਸੁਰਤ ਨਾਹੀ। ਜਿਨ੍ਹਾਂ ਦੇ ਅੰਦਰ ਸੁਰਤ ਨਹੀਂ ਹੈ, ਜਾਗੀ ਹੋਈ ਸੁਰਤ ਨਹੀਂ ਹੈਗੀ, ਅੰਦਰੋਂ ਓਪਨ ਨਹੀਂ ਹੈਗੇ, ਖੁੱਲੇ ਨਹੀਂ ਹੈਗੇ। ਮਹਾਰਾਜ ਕਹਿੰਦੇ ਨੇ ਉਹ ਭਾਵੇਂ ਜਵਾਨੀ ਦੇ ਵਕਤ ਕਿਉਂ ਨਾ ਹੋਣ, ਉਹ ਮਨਮੁਖ ਬਾਲਕ ਬਿਰਧ ਸਮਾਨ ਹੈ, ਕਮਜ਼ੋਰ ਹੈ ਅੰਦਰੋਂ ਦੀ। ਬਿਰਧ ਦਾ ਅਰਥ ਹੈ ਕਮਜ਼ੋਰ ਹੈ ਅੰਦਰੋਂ, ਡਿਸੀਜ਼ਨ ਨਹੀਂ ਲੈ ਪਾਉਂਦਾ, ਸੁਰਤ ਜਾਗੀ ਨਹੀਂ ਹੈਗੀ, ਉਹਦੇ ਲਏ ਗਏ ਡਿਸੀਜ਼ਨ ਹੀ ਗਲਤ ਹੋ ਜਾਂਦੇ ਨੇ। ਉਹ ਆਪਣੇ ਜੀਵਨ ਵਿੱਚ ਇੱਕ ਸਟੈਂਡ ਨਹੀਂ ਲੈ ਪਾਉਂਦਾ। ਮਨਮੁਖ ਬਾਲਕ ਬਿਰਧ ਸਮਾਨ ਹੈ, ਕਮਜ਼ੋਰੀ ਹੈ ਉੱਥੇ। ਤੇ ਦੂਜੇ ਪਾਸੇ ਸ਼ਲੋਕ ਇੱਕ ਹੋਰ ਹੁੰਦਾ ਉੱਤੇ ਅੱਗੇ, ਇਹ ਸ਼ਲੋਕ ਵਾਰਾਂ ਦੇ ਵਧੀਕ ਬਾਣੀ ਹੈ, ਅਖੀਰ 'ਚ ਪਾਠ ਕਰਦੇ ਹਨ। ਉੱਥੇ ਮਹਾਰਾਜ ਨੇ ਨਾਲ ਆਖਿਆ, ਕਹਿੰਦੇ ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਜਿਨ੍ਹਾਂ ਦੀ ਸੁਰਤ ਦੇ ਵਿੱਚ ਗਿਆਨ ਦਾ ਅਰਥ ਇੱਥੇ ਕੱਲੀ ਨੌਲੇਜ ਨਹੀਂ ਕਿ ਅਸੀਂ ਕਹੀਏ ਕਿ ਅਸੀਂ ਐਜੂਕੇਟਡ ਹੋ ਗਏ, ਐਜੂਕੇਸ਼ਨ ਹੈ ਸਾਡੇ ਕੋਲ, ਗਿਆਨ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗਿਆਨ ਦਾ ਅਰਥ ਹੈ ਜ਼ਿੰਦਗੀ ਜਿਉਣ ਦਾ ਤਰੀਕਾ ਆ ਜਾਣਾ, ਗਿਆਨ। ਸਮਾਜ ਨੂੰ, ਨਿਰੰਕਾਰ ਨੂੰ ਸਮਝ ਪਾ ਲੈਣਾ, ਸਮਝ ਵਿੱਚ ਇਹ ਗੱਲ ਆ ਜਾਣੀ ਐਜ਼ ਏ ਗਿਆਨ। ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਜਿਨ੍ਹਾਂ ਨੂੰ ਗੱਲ ਸਮਝ ਪੈ ਗਈ ਹੋਵੇ ਨਾ, ਉਹ ਗੁਰਮੁਖ ਕਦੀ ਬੁੱਢੇ ਨਹੀਂ ਹੁੰਦੇ। ਉੱਥੇ ਬੁੱਢੇ ਦਾ ਅਰਥ ਕੀ ਹੈ, ਕਮਜ਼ੋਰ ਨਹੀਂ ਹੁੰਦੇ। ਤੇ ਗੁਰਮੁਖ ਜ਼ਰੂਰੀ ਥੋੜਾ ਹੈ ਕਿ ਕੋਈ ਏਜ ਦੇ ਅਕੋਰਡਿੰਗ ਹੀ ਹੋਣਾ, ਬੱਚਾ ਵੀ ਹੋ ਸਕਦਾ ਹੈ, ਕੋਈ ਜਵਾਨ ਵੀ ਹੋ ਸਕਦਾ ਹੈ, ਕੋਈ ਅਖੀਰਲੇ ਪੜਾਅ ਵਿੱਚ ਵੀ ਹੋ ਸਕਦਾ ਹੈ, ਜਿੱਥੇ ਗੱਲ ਸਮਝ ਪੈ ਰਹੀ ਹੋਵੇ। ਤੁਸੀਂ ਹਿਸਟਰੀ ਪੜ੍ਹ ਕੇ ਵੇਖ ਲਓ, ਗੁਰੂ ਨਾਨਕ ਮਹਾਰਾਜ ਜਦੋਂ ਪ੍ਰਚਾਰ ਦੌਰੇ ਦੇ ਦੌਰਾਨ ਇੱਕ ਇਲਾਕੇ ਪਹੁੰਚੇ, ਪਿੰਡ ਦੇ ਬਾਰ-ਬਾਰ ਬੈਠੇ ਨੇ, ਤੇ ਉੱਥੇ 12 ਸਾਲ ਦਾ ਇੱਕ ਬੱਚਾ ਗੁਰੂ ਨਾਨਕ ਸਾਹਿਬ ਨੂੰ ਪੁੱਛਦਾ, ਸੰਗਤ 'ਚ ਆ ਕੇ ਬਹਿੰਦਾ ਰੋਜ਼, ਤੇ ਉਹ ਮਾਲ ਡੰਗਰ ਦੇ ਉਹਨਾਂ ਦੇ ਕੰਮ ਨੇ, ਘਰਾਂ ਦੇ ਖੇਤੀਬਾੜੀ ਕਰਦਾ। ਤੇ ਜਦੋਂ ਵੇਖਿਆ ਕਿ ਇੱਥੇ ਇਬਾਦਤ ਕਰਤੇ ਦੀ ਹੁੰਦੀ ਹੈ, ਸੱਚ ਦੱਸਿਆ ਜਾਂਦਾ ਹੈ, ਵਾਕਈ ਲੌਜੀਕਲੀ ਗੱਲ ਚੱਲ ਰਹੀ ਹੈ, ਉੱਥੇ ਬਹਿ ਜਾਂਦਾ ਸੰਗਤ ਵਿੱਚ। ਇੱਕ ਦਿਨ ਗੁਰੂ ਨਾਨਕ ਸਾਹਿਬ ਜੀ ਨੂੰ ਦੀਵਾਨ ਕੀਰਤਨ ਦੀ ਸਮਾਪਤੀ ਦੇ ਬਾਅਦ ਪੁੱਛਦਾ ਉਹ ਬੱਚਾ ਕਿ ਮੈਨੂੰ ਇੱਕ ਗੱਲ ਦੱਸੋ, ਅਸੀਂ ਕਿਸਾਨ ਹਾਂ, ਜ਼ਮੀਂਦਾਰ ਹਾਂ, ਜਿਹਨੂੰ ਜੱਟ ਕਿਹਾ ਜਾਂਦਾ, ਜ਼ਮੀਂਦਾਰੀ ਤੋਂ ਜੱਟ ਬਣਿਆ। ਇਹ ਕੰਮਾਂ ਦੇ ਨਾਲ ਸ਼ਬਦ ਜੁੜੇ ਸਨ। ਮਿੱਟੀ ਦਾ ਕੰਮ ਕਰਦਾ ਘੁਮਿਆਰ ਹੈ, ਚੰਮ ਦਾ ਕੰਮ ਕਰਦਾ ਚਮਾਰ ਹੈ। ਭਾਈ ਸਾਹਿਬ ਨੇ ਸ਼ਬਦ ਪੜ੍ਹ ਕੇ ਗਏ ਨੇ ਨਾ,
ਗੋਬਿੰਦ 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 ਸੰਗ ਨਾਮ ਦਿਓ ਮਲੀਣਾ ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ। ਨਾਮਦੇਵ ਜੀ ਦੇ ਬਿਜ਼ਨਸ ਨੂੰ ਲੈ ਕੇ ਉਹਨਾਂ ਦੇ ਨਾਮ ਨਾਲ ਛੀਂਬਾ ਲਫ਼ਜ਼ ਜੁੜਿਆ ਸੀ। ਰਵਿਦਾਸ ਢਵੰਤਾ ਢੋਰ ਨੇ ਤਿੰਨ ਤਿਆਗੀ ਮਾਇਆ, ਉਹ ਮਰੇ ਹੋਏ ਪਸ਼ੂ ਖਰੀਦ ਲੈਂਦੇ ਸਨ ਤੇ ਉਹਦੇ ਬਾਅਦ ਉਹਨਾਂ ਦੀਆਂ ਜੁੱਤੀਆਂ ਬਣਾਉਣੀਆਂ, ਤਬਲੇ ਬਣਾਉਣੇ, ਕਿਤੇ ਡਮਰੂ ਬਣਾਉਣੇ। ਉਹਨਾਂ ਨੇ ਢੋਲਕੀ ਦੇ ਵਿੱਚ ਜਿੱਥੇ ਚਮੜਾ ਯੂਜ਼ ਹੋ ਸਕਦਾ, ਜਿਹੜਾ ਉਹਨਾਂ ਦਾ ਬਿਜ਼ਨਸ ਕੀਤਾ ਸੀ ਉਹਨਾਂ ਦਾ। ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਣ ਨਾਈ ਬੁੱਤ ਕਾਰੀਆ, ਉਹ ਘਰ ਘਰ ਸੁਣਿਆ। ਉਹ ਬੁੱਤੀਆਂ ਗੰਢਦੇ ਸਨ। ਨਾਈ ਸ਼ਬਦ ਜਿੱਥੇ ਆਇਆ, ਨਾਈ ਦਾ ਅਰਥ ਕੇਸ ਕੱਟਣ ਵਾਲਾ ਨਹੀਂ, ਜਿਵੇਂ ਅੱਜ ਪ੍ਰਚਲਿਤ ਹੁੰਦਾ ਨਾਈ ਹੈ, ਨਹੀਂ। ਉੱਥੇ ਨਾਈ ਦਾ ਅਰਥ ਹੈ ਜਿਹੜਾ ਇੱਕ ਦੂਜੇ ਦੇ ਘਰ ਇਨਵੀਟੇਸ਼ਨ ਦਿੱਤੇ ਹੋਏ ਲੈਟਰ ਪਹੁੰਚਾਉਂਦਾ ਸੀ। ਉਹ ਪਿੰਡ ਦੇ ਵਿੱਚ ਇੱਕ ਨਾਈ ਮੰਨਿਆ ਜਾਂਦਾ ਸੀ। ਉਹਨੂੰ ਸਾਂਝੀ ਗੱਲ ਕਹਿ ਦਿੱਤੀ ਜਾਂਦੀ ਸੀ ਕਿ ਆਹ ਮੈਸੇਜ ਤੂੰ ਘਰ ਘਰ ਫਲਾਣੇ ਫਲਾਣਿਆਂ ਨੂੰ ਜਾ ਕੇ ਕਹਿਣਾ ਹੈ। ਉਹਦਾ ਇਹ ਕੰਮ ਹੁੰਦਾ ਸੀ। ਖੈਰ, ਗੁਰੂ ਮਹਾਰਾਜ ਜੀ ਦੇ ਕੋਲ ਜਦੋਂ ਉਹ ਬੱਚਾ ਪਹੁੰਚਿਆ, ਜ਼ਮੀਂਦਾਰੀ ਕਰਦੇ ਨੇ, ਮਾਲ ਡੰਗਰ ਚਾਰਦੇ ਨੇ, ਉਹਨਾਂ ਨੇ ਗੱਲ ਆਖੀ। ਉਹ ਕਹਿੰਦੇ ਅਸੀਂ ਜਦੋਂ ਖੇਤੀ ਕਰਦੇ ਹਾਂ, ਇੱਥੋਂ ਦੀ ਕੁਝ ਕਾਫਲੇ ਲੰਘਦੇ ਨੇ, ਕਾਬਲੀਆਂ ਦੇ ਲੰਘਦੇ ਨੇ, ਕਾਬਲ ਕੰਧਾਰ ਤੋਂ ਲੋਕ ਆਉਂਦੇ ਨੇ, ਤੇ ਮੈਂ ਇੱਕ ਗੱਲ ਦੇਖ ਕੇ, ਇੱਕ ਘਟਨਾ ਦੇਖ ਕੇ ਬੜਾ ਹੈਰਾਨ ਹਾਂ। ਮੇਰੇ ਅੰਦਰ ਇੱਕ ਕੁਐਸਚਨ ਹੈ, ਇੱਕ ਸਵਾਲ ਹੈ ਉਦੋਂ ਦਾ, ਤੜਫਣਾ ਇਸ ਗੱਲ ਦੀ ਲੱਗੀ ਹੈ। ਪੁੱਛਿਆ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਗੱਲ ਕਰ ਪੁੱਤਰਾ। ਤੇ ਉਸ ਬੱਚੇ ਨੇ ਆਖਿਆ ਕਿ ਜਦੋਂ ਮੇਰੇ ਪਿਤਾ ਜੀ ਫਸਲ ਬੀਜਦੇ ਨੇ ਨਾ, ਤੇ ਉਧਰ ਦੇ ਨਿਕਲੇ ਹੋਏ ਜਿਹੜੇ ਕਾਫਲੇ ਵਾਲੇ ਨੇ ਕਈ ਵਾਰੀ ਫਸਲ ਵੱਢ ਕੇ ਲੈ ਜਾਂਦੇ ਨੇ। ਅਸੀਂ ਅੱਖੀ ਦੇਖਿਆ ਕੁਝ ਫਸਲ ਵੱਢ ਲੈਂਦੇ ਨੇ, ਜਾਂ ਅਸੀਂ ਵੀ ਵੱਢ ਲੈਂਦੇ ਹਾਂ ਜਦੋਂ, ਤੇ ਉਹ ਸਾਰੇ ਪੌਦੇ ਬਰਾਬਰ ਨਹੀਂ ਹੁੰਦੇ। ਕੁਝ ਇਹਦੇ ਛੋਟੇ ਪੌਦੇ ਹੁੰਦੇ ਨੇ, ਕੁਝ ਮੀਡੀਅਮ ਸਾਈਜ਼ ਦੇ ਨੇ, ਕੁਝ ਵੱਡੇ ਨੇ, ਦਰਮਿਆਨੇ ਨੇ, ਵੱਖ-ਵੱਖ ਉਹਨਾਂ ਦੇ ਕੱਦ ਹੁੰਦੇ ਨੇ। ਪਰ ਜਦੋਂ ਵੱਢਣ ਲੱਗੇ ਅਸੀਂ ਸਾਰੇ ਵੱਢ ਲੈਂਦੇ ਹਾਂ। ਤੇ ਮਨ ਵਿੱਚ ਇਹ ਖਿਆਲ ਆਉਂਦਾ ਕਿ ਜਿਹੜੀ ਮੌਤ ਹੈ ਉਹ ਕਿਸੇ ਵੀ ਉਮਰ ਵਿੱਚ ਆ ਸਕਦੀ ਹੈ। ਜੇ ਪੌਦਿਆਂ ਦੇ ਵਿੱਚ ਜਿਹੜਾ ਵੱਖ-ਵੱਖ ਉਹਨਾਂ ਦਾ ਸਮਾਂ ਹੈ, ਕੋਈ ਬੱਚਾ ਹੈ, ਕੋਈ ਅਜੇ ਬਹੁਤਾ ਵੱਡਾ ਨਹੀਂ ਹੋਇਆ, ਤੇ ਜਿਹੜਾ ਬਿਲਕੁਲ ਫਲ ਦੇਣ ਵਾਲਾ ਹੋ ਗਿਆ, ਵੱਢਣ ਲੱਗਿਆ ਸਾਰੇ ਨੂੰ ਕਿਸਾਨ ਵੱਢ ਲੈਂਦਾ। ਤੇ ਮੈਂ ਇਹ ਸੋਚਦਾ ਵਾਂ ਕਿ ਜਿਹੜੀ ਮੌਤ ਹੈ, ਇਨਸਾਨੀ ਜੀਵਨ ਦਾ ਖਾਤਮਾ ਹੈ, ਫਨਾ ਹੋ ਜਾਣਾ ਹੈ, ਉਹ ਕਿਸੇ ਵੀ ਉਮਰ ਵਿੱਚ ਆ ਸਕਦਾ। ਮਤਲਬ ਉਹ ਬਚਪਨ ਵਿੱਚ ਵੀ ਮੌਤ ਆ ਸਕਦੀ ਹੈ। ਕਿੱਡੀ ਡੀਪ ਗੱਲ ਸੋਚੇਗੀ ਦੇਖ ਕੇ। ਤੇ ਗੁਰੂ ਨਾਨਕ ਸਾਹਿਬ ਵਿਚਾਰਾਂ ਸੁਣਦੇ ਸੁਣਦੇ ਉਹਨਾਂ ਨੇ ਆਖਿਆ, ਬੇਟਾ ਉਮਰ ਕਿੰਨੀ? ਕਹਿੰਦਾ 12 ਸਾਲ। ਗੁਰੂ ਨਾਨਕ ਮਹਾਰਾਜ ਕਹਿੰਦੇ, ਬੇਟਾ ਗੱਲਾਂ ਬੁੱਢਿਆਂ ਵਾਲੀਆਂ ਕਰਦਾ, ਬਜ਼ੁਰਗਾਂ ਵਾਲੀ ਕਰਦਾ। ਉਦੋਂ ਤੋਂ ਲੈ ਕੇ ਸਿੱਖ ਕੌਮ ਨੇ, ਸਿੱਖ ਪੰਥ ਨੇ ਉਸ ਬੱਚੇ ਨੂੰ ਬੁੱਢਾ ਕਹਿ ਕੇ ਬੁਲਾਇਆ, ਜਿਹਦਾ ਨਾਮ ਇਤਿਹਾਸ 'ਚ ਬਾਬਾ ਬੁੱਢਾ ਜੀ ਕਹਿ ਕੇ ਪਿਆ, ਜਿਨ੍ਹਾਂ ਨੇ ਇਸ ਘਰ ਦੇ ਵਿੱਚ 125 ਸਾਲ ਉਹਨਾਂ ਦੀ ਏਜ ਸੀ, ਸਾਰੀ ਉਹਨਾਂ ਨੇ ਸੇਵਾਵਾਂ ਦੇ ਵਿੱਚ ਲਾ ਦਿੱਤੀ। ਔਰ ਤੁਸੀਂ ਹੈਰਾਨ ਹੋਵੋਗੇ ਕਿ ਜਿਉਂ-ਜਿਉਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੁੜੇ, ਉਹ ਇੰਨੇ ਧਨੰਤਰ ਵਿਦਵਾਨ ਬਣੇ, ਵਿਚਾਰਵਾਨ ਬਣੇ, ਐਜ਼ ਏ ਲੀਡਰ ਬਣੇ, ਲੀਡ ਕੀਤਾ ਉਹਨਾਂ ਨੇ ਬਾਕੀਆਂ ਨੂੰ। ਔਰ ਸਭ ਤੋਂ ਵੱਖਰੀ ਤੇ ਨਵੇਕਲੀ ਗੱਲ ਹੈ ਕਿ ਉਹ ਮਾਰਸ਼ਲ ਆਰਟ ਦੇ ਮਾਸਟਰ ਸਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੱਤਕੇ ਦੀ ਸ਼ਸਤਰ ਦੀ ਟ੍ਰੇਨਿੰਗ ਦੇਣ ਵਾਲੇ ਬਾਬਾ ਬੁੱਢਾ ਜੀ ਨੇ। ਮਲਟੀ ਗੁਣ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ। ਖੈਰ, ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਗੁਰਮੁਖ ਬੁੱਢੇ ਕਦੇ ਨਾ ਹੀ, ਜਿਨ੍ਹਾਂ ਅੰਤਰ ਸੁਰਤ ਗਿਆਨ। ਉਹਨਾਂ ਨੇ ਨਹੀਂ ਵੇਖਿਆ ਕਿ ਹੁਣ ਉਮਰ ਇੰਨੀ ਹੋ ਗਈ ਹੈ, ਘਰ ਬਹਿ ਜਾਈਏ ਆਪਾਂ। ਜ਼ਿੰਦਗੀ ਦੇ ਅਖੀਰ ਸਮਾਂ ਤੱਕ ਵੀ ਉਹਨਾਂ ਨੇ ਸਮਾਜ ਦੇ ਭਲੇ ਲਈ ਲਾਇਆ ਸਮਾਂ। ਇੱਥੇ ਜਿਹੜੀ ਗੱਲ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਬਿਰਧ ਭਇਓ ਸੂਝੈ ਨੇ, ਇਹ ਉਹਨਾਂ ਨੂੰ ਮੁਖਾਤਬ ਹੋ ਕੇ ਕਹਿ ਰਹੇ ਨੇ ਜਿਹੜੇ ਕਹਿੰਦੇ ਨੇ ਹੁਣ ਥੋੜਾ ਕੁਝ ਕਰਨ ਦਾ ਟਾਈਮ ਹੈ, ਜਿਹੜੇ ਮੌਕਾ ਭਾਲਦੇ ਨੇ, ਐਕਸਕਿਊਜ਼ ਲੱਭਦੇ ਨੇ। ਹੁਣ ਨੂੰਹ ਘਰ ਆ ਗਈ ਹੈ, ਹੁਣ ਸੱਸ ਨੇ ਪਹਿਲਾਂ ਹੀ ਮਨ ਬਣਾ ਲਿਆ, ਹੁਣ ਥੋੜਾ ਅਸੀਂ ਰੋਟੀਆਂ ਬਣਾਉਣੀਆਂ ਨੇ, ਹੁਣ ਵੀ ਕੰਮ ਕਰਦੇ ਰਹੇ ਤੇ ਨੂੰਹ ਲਿਆਉਂਦਾ ਕੀ ਫਾਇਦਾ ਹੋਇਆ। ਉਹ ਤੇ ਕਿਚਨ ਚੋਂ ਵੀ ਗਈ, ਉਹਨੇ ਸਮਾਜ ਦਾ ਭਲੇ ਦਾ ਕੀ ਹੋਰ ਮੈਪ ਬਣਾਉਣਾ ਸੀ। ਤੁਸੀਂ ਹਿਸਟਰੀ ਗੌਰ ਨਾਲ ਪੜ੍ਹੋ, ਇਹਦੇ 'ਚ ਜਿੰਨੀਆਂ ਬੀਬੀਆਂ ਦਾ, ਜਿੰਨਾ ਭਰਾਵਾਂ ਬਜ਼ੁਰਗਾਂ ਦਾ ਯੋਗਦਾਨ ਹੈ, ਉਹਨਾਂ ਨੇ ਜਿਸ ਵੀ ਏਜ ਵਿੱਚ ਗੱਲ ਸਮਝ ਆ ਗਈ, ਉਹਨਾਂ ਨੇ ਗੁਰੂ ਅੱਗੇ ਆਪਣਾ ਜੀਵਨ ਸਰੈਂਡਰ ਕਰ ਦਿੱਤਾ।
ਉਡੀਕ ਨਹੀਂ ਕੀਤੀ। ਪਰ ਅਸੀਂ ਜਿਉਂ-ਜਿਉਂ ਫ੍ਰੀ ਹੁੰਦੇ ਜਾਂਦੇ ਹਾਂ, ਅਸੀਂ ਘਰਾਂ 'ਚ ਬਹਿ ਜਾਾਂਗੇ, ਫਿਰ ਟੋਕਾ ਟਾਕੀ ਸ਼ੁਰੂ ਹੋ ਜਾਏਗੀ, ਫਿਰ ਮੁਫਾਦ ਸ਼ੁਰੂ ਹੋ ਜਾਣਗੇ, ਔਰ ਘਰਾਂ ਦੇ ਵਿੱਚ ਜਿਹੜੀ ਨੂੰਹ ਲੈ ਕੇ ਆਉਂਦੀ ਹੈ, ਧੀ ਪੁੱਤ ਨੂੰਹ ਦਾ ਕਲੇਸ਼ ਸ਼ੁਰੂ ਹੋ ਜਾਂਦਾ ਹੈ, ਸਮੱਸਿਆਵਾਂ ਏਡੀਆਂ ਵੱਡੀਆਂ ਹੋ ਜਾਂਦੀਆਂ ਨੇ, ਸਮਾਜ ਤੱਕ ਫੈਲ ਜਾਂਦੀਆਂ ਨੇ। ਅਸੀਂ ਸਮਾਜ ਦੀਆਂ ਪ੍ਰੋਬਲਮ ਹੱਲ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਉਂਦੇ ਹਾਂ। ਇਹ ਸਾਨੂੰ ਤਰੀਕੇ ਦੱਸੋ, ਨੁਕਤੇ ਦੱਸੋ, ਸਾਨੂੰ ਉਹ ਆਈਡੀਆਜ਼ ਦੱਸੋ ਕਿ ਅਸੀਂ ਵੀ ਬਿਹਤਰ ਜ਼ਿੰਦਗੀ ਜੀ ਸਕੀਏ, ਬਾਕੀਆਂ ਦੇ ਬਣਾਉਣ ਵਿੱਚ ਵੀ ਆਪਣਾ ਕੰਟਰੀਬਿਊਸ਼ਨ ਪਾ ਸਕੀਏ। ਬਾਬਾ ਦੀਪ ਸਿੰਘ ਜੀ ਦੀ ਉਮਰ ਪੜ੍ਹ ਲਓ ਹਿਸਟਰੀ ਦੇ ਵਿੱਚ, ਇੰਨੀ ਵੱਡੀ ਏਜ ਦਾ ਉਹ ਬਜ਼ੁਰਗ ਖੰਡਾ ਲੈ ਕੇ ਤੇ ਦਰਬਾਰ ਸਾਹਿਬ ਦੀ ਅਜ਼ਮਤ ਲਈ ਤੁਰਿਆ ਹੋਇਆ ਹੈ। ਭਾਈ ਮਨੀ ਸਿੰਘ ਦੀ ਉਮਰ ਕਿੰਨੀ ਹੈ, ਬੰਦ ਜਦੋਂ ਕਟਾਏ ਜਾ ਰਹੇ ਨੇ। ਉਹਨਾਂ ਦੇ ਪਰਿਵਾਰ ਦੇ 72 ਜੀ ਸ਼ਹੀਦ ਹੋਏ ਨੇ। ਗੁਰੂ ਅਮਰਦਾਸ ਮਹਾਰਾਜ ਜੀ ਦੀ ਉਮਰ ਜਦੋਂ ਗੁਰੂ ਅੰਗਦ ਸਾਹਿਬ ਕੋਲ ਆਉਂਦੇ ਨੇ, 62 ਸਾਲ ਦੀ ਉਮਰ ਹੈ ਤੇ 72 ਸਾਲ ਦੇ ਵਿੱਚ ਗੁਰਿਆਈ ਹੈ। ਗੁਰਮੁਖ ਵੱਡੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਬੰਦਾ ਜਾਗਿਆ ਹੋਣਾ ਚਾਹੀਦਾ ਅੰਦਰੋਂ ਦੀ, ਕਿਸੇ ਵੀ ਏਜ ਦੇ ਵਿੱਚ ਹੋਵੇ, ਉਹ ਸਮਾਜ ਦੇ ਭਲੇ ਲਈ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਇੱਕ ਮੈਂ ਬੇਨਤੀ ਕਰਾਂ, ਇਹਨਾਂ ਕੰਟਰੀਆਂ 'ਚ ਤੁਸੀਂ ਦੇਖੋ, ਇੱਥੇ ਬਕਾਇਦਾ ਜਦੋਂ ਕੋਈ ਹੌਲੀ ਹੌਲੀ ਕਰਕੇ ਏਜ ਦੇ ਅਕੋਰਡਿੰਗ ਉਹ ਫ੍ਰੀ ਹੁੰਦਾ ਹੈ, ਰਿਟਾਇਰਮੈਂਟ ਮਿਲ ਗਈ, ਫ੍ਰੀ ਹੋ ਗਿਆ ਕੰਮ ਤੋਂ। ਪਰ ਬਹੁਤਾਤ ਬਜ਼ੁਰਗ ਤੁਸੀਂ ਇੱਥੇ ਵੇਖੋਗੇ, ਉਹ ਆਪਣੀ ਰਿਟਾਇਰਮੈਂਟ ਦੇ ਬਾਅਦ ਉਹ ਵਲੰਟੀਅਰ ਬਣ ਜਾਂਦੇ ਨੇ, ਕਿਸੇ ਨਾ ਕਿਸੇ ਸਮਾਜ ਸੇਵਕ ਸੰਸਥਾਵਾਂ ਦੇ ਨਾਲ ਉਹ ਜੁੜ ਜਾਣਗੇ, ਚਰਚਾਂ ਵਾਲਿਆਂ ਕੋਲ ਜਾ ਕੇ ਟ੍ਰੇਨਿੰਗ ਲੈਣਗੇ। ਉਹਦੇ ਬਾਅਦ ਬੈਗ ਪਾ ਕੇ, ਕਿਤਾਬਾਂ ਰੱਖ ਕੇ, ਹਰ ਭਾਸ਼ਾਵਾਂ ਦੀ ਬਾਈਬਲ ਲੈ ਕੇ ਘਰ ਘਰ ਡੋਰ ਖੜਕਾਉਣਗੇ ਜਾ ਕੇ। ਵਿਹਲੇ ਨਹੀਂ ਬਹਿਣਾ, ਫ੍ਰੀ ਨਹੀਂ ਬਹਿਣਾ। ਆਪਣਾ ਸਮਾਂ ਬੜਾ ਕੀਮਤੀ ਹੈ, ਦੁਨੀਆ ਨੂੰ ਦਈਏ ਆਪਾਂ। ਉਹ ਵਾਅਦੇ ਕਰ ਲੈਂਦੇ ਨੇ ਆਪਣੀ ਕੌਮ ਨਾਲ, ਇੱਕ ਕਮਿਟਮੈਂਟ ਹੈ ਆਪਣੇ ਉਹਨਾਂ ਦੀ ਕੌਮਾਂ ਦੇ ਨਾਲ। ਪਰ ਖਿਮਾ ਕਰਿਓ, ਮੈਂ ਆਪ ਦੇਖੇ ਨੇ, ਪਿੰਡਾਂ ਦੇ ਵਿੱਚ ਦੇਖਦੇ ਆਏ ਹਾਂ, ਜਿਉਂ-ਜਿਉਂ ਬਜ਼ੁਰਗ ਹੁੰਦੇ ਨੇ, ਇੱਕ ਬੋਹੜ ਦੇ ਦਰਖਤ ਥੱਲੇ ਫਿਰ ਜੇਬ 'ਚ ਤਾਸ਼ ਪਈ ਹੁੰਦੀ ਹੈ, ਹੋਰ 8-10 ਬਜ਼ੁਰਗਾਂ ਨੂੰ ਸੱਦ ਕੇ ਤੇ ਉੱਥੇ ਤਾਸ਼ ਖੇਡ ਰਹੇ ਹੁੰਦੇ ਨੇ। ਤੇ ਮੁੜ ਕੇ ਉਹਨਾਂ ਦੇ ਵਿੱਚ ਬਹਿ ਕੇ ਅਗਰ ਕੌਮ ਦੀ ਗੱਲ ਛੇੜ ਲਓ ਨਾ, ਤੇ ਉਹਨਾਂ ਨੇ ਬਾਦਲ ਵੀ, ਸ਼੍ਰੋਮਣੀ ਕਮੇਟੀ ਵੀ, ਜਥੇਦਾਰਾਂ ਨੂੰ ਇੱਕੋ ਲਾਈਨ 'ਚ ਲਾ ਕੇ ਸਾਰਿਆਂ ਨੂੰ ਹੀ ਭੁੰਨ ਦੇਣਾ। ਪਰ ਉਹਨਾਂ ਨੂੰ ਕਹੋ, ਤੁਸੀਂ ਕੀ ਕਰਦੇ ਹੋ ਕੌਮ ਲਈ, ਤੁਸੀਂ ਕੀ ਯੋਗਦਾਨ ਪਾਇਆ? ਇਹ ਤਾਸ਼ ਖੇਡਣ ਤੋਂ ਇਲਾਵਾ ਤੁਸੀਂ ਤੇ ਨਹੀਂ ਨਾ ਕੌਮ ਨੂੰ ਕੁਝ ਦੇ ਰਹੇ। ਮਹਾਰਾਜ ਕਹਿੰਦੇ ਨੇ, ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ। ਅਸੀਂ ਬਿਰਧ ਇਸ ਏਜ ਨੂੰ ਵੀ ਲੇਖੇ ਲਾ ਸਕਦੇ ਹਾਂ। ਜ਼ਰੂਰੀ ਨਹੀਂ ਜਵਾਨੀ ਦਾ ਵਕਤ ਨਿਕਲ ਗਿਆ ਤਾਂ ਹੁਣ ਇਹਦੇ 'ਚ ਕੀ ਕਰੀਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇੱਕ ਥਾਂ 2 ਸ਼ਲੋਕ ਆਉਂਦੇ ਨੇ ਇਕੱਠੇ। ਇੱਕ ਥਾਂ ਮਹਾਰਾਜ ਕਹਿੰਦੇ ਨੇ, ਕਾਲੀ ਧੌਲੀ ਸਾਹਿਬ ਸਦਾ ਹੈ। ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੇ ਕੋਈ, ਪਹਿਲਾ ਸ਼ਲੋਕ ਹੈ। ਕਹਿੰਦੇ ਜੇ ਜਿਹਨੇ ਜਵਾਨੀ ਦੇ ਵਿੱਚ ਕੁਝ ਕੀਤਾ ਨਹੀਂ, ਹੁਣ ਧੌਲੀ ਵੇਲੇ ਕੀ ਹੋ ਸਕੇਗਾ ਫਿਰ। ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੇ ਕੋਈ, ਕਰ ਸਾਈਂ ਸੋ ਪਿਰਹੜੀ ਰੰਗ ਨਵੇਲਾ ਹੋਏ। ਜਵਾਨੀ ਨੂੰ ਸੰਬੋਧਿਤ ਕੀਤਾ, ਜਵਾਨੀ ਨੂੰ ਫੋਕਸ ਕੀਤਾ ਤੇ ਇਹ ਗੱਲ ਕਹਿ ਦਿੱਤੀ। ਪਰ ਨਾਲ ਕਹਿ ਦਿੱਤਾ, ਜੇ ਹੋ ਸਕਦਾ, ਹੁਣ ਜਵਾਨੀ ਚਲੀ ਹੋਈ ਗਈ ਹੈ, ਬਿਰਧ ਉਮਰ ਆ ਗਈ, ਹੁਣ ਬਿਰਧ ਉਮਰ ਹੀ ਗੱਲ ਸੁਣ ਰਹੇ ਹੈ, ਤੇ ਨਿਰਾਸ਼ ਹੀ ਨਾ ਹੋ ਜਾਏ ਕਿ ਹੁਣ ਤਾਂ ਜਵਾਨੀ ਚਲੀ ਗਈ ਜੀ, ਹੁਣ ਮੈਂ ਕੀ ਕਰਾਂ ਇਹਦੇ ਵਿੱਚ। ਕਹਿੰਦੇ ਨਹੀਂ, ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿਤ ਕਰੇ ਆਪਣਾ ਲਾਇਆ ਪਿਰਮ ਨਾ ਲੋਚੀ, ਜੇ ਲੋਚੈ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ, ਜੈ ਭਾਵੇਂ ਤੈ ਦੇ। ਜੇ ਅੱਜ ਗੱਲ ਸਮਝ ਆ ਗਈ ਤਾਂ ਹੁਣ ਜਵਾਨੀ ਚਲੀ ਗਈ ਤਾਂ ਅਫਸੋਸ ਨਾ ਕਰ, ਹੁਣ ਵੀ ਕੁਝ ਕਰ ਸਕਦਾ। ਸੋ ਇਸ ਏਜ ਦੇ ਵਿੱਚ ਜਿਹੜੀ ਫਿਜ਼ੀਕਲੀ ਕਮਜ਼ੋਰੀ ਹੈ, ਉਹ ਤਾਂ ਸਾਰਿਆਂ ਦੇ ਉੱਤੇ ਬਣਦੀ ਹੈ ਸਹਿਜੇ ਸਹਿਜੇ ਕਰਕੇ। ਪਰ ਆਤਮਾ ਬਲਵਾਨ ਰਵੇ, ਅੰਦਰੋਂ ਦੀ ਉਹ ਜਾਗਿਆ ਹੋਵੇ। ਮਹਾਰਾਜ ਕਹਿੰਦੇ ਨੇ, ਇਹ ਸੂਝ ਦੇ ਉੱਤੇ ਹੈ, ਸੂਝ ਬੂਝ ਦੇ ਉੱਤੇ ਹੈ। ਜਿਵੇਂ ਆਪਾਂ ਸ਼ਬਦ ਹੁਕਮਨਾਮੇ ਵੀ ਪੜ੍ਹਦੇ ਹਾਂ, ਉੱਥੇ ਮਹਾਰਾਜ ਨੇ ਆਖਿਆ, ਨੈਨੋ ਨੀਰ ਬਹਿ ਤਨਖੀਨਾ, ਕੇਸ ਬਹਿ ਦੁਦਬਾਨੀ, ਰੁਦਾ ਕੰਠ ਸ਼ਬਦ ਨਹੀਂ ਉਚਰਿਆ, ਅਬ ਕਿਆ ਕਰੇ ਪ੍ਰਾਨੀ। ਇਹ ਫਿਜ਼ੀਕਲੀ ਸਟਰਕਚਰ ਦੀ ਗੱਲ ਹੋ ਰਹੀ ਹੈ। ਉਹਦੇ ਵਿੱਚ ਅੱਖਾਂ ਤੋਂ ਹੌਲੀ ਹੌਲੀ ਕਰਕੇ ਪਾਣੀ ਡਿੱਗਣਾ, ਮੋਤੀਆ ਹੋ ਜਾਣਾ, ਇਹ ਤਾਂ ਸਾਰਿਆਂ ਦੇ ਉੱਤੇ ਆਉਣਾ। ਨੈਨੋ ਨੀਰ ਬਹਿ ਤਨਖੀਨਾ, ਕੇਸ ਪਏ ਦੁਦਬਾਨੀ, ਰੁਦਾ ਕੰਠ, ਰੁਦਾ ਕਹਿੰਦੇ ਨੇ ਹੁਣ ਗਲੇ ਚੋਂ ਆਵਾਜ਼ ਨਹੀਂ ਨਿਕਲਦੀ, ਖਰਾਸ਼ ਸ਼ੁਰੂ ਹੋ ਗਈ, ਕਫ ਬਣਨੀ ਸ਼ੁਰੂ ਹੋ ਗਈ। ਰੁਦਾ ਕੰਠ ਸ਼ਬਦ ਨਹੀਂ ਉਚਰਿਆ, ਅਬ ਕਿਆ ਕਰੇ ਪ੍ਰਾਨੀ। ਮਾਥੇ ਪੀਰ, ਸਰੀਰ ਜਲਨ ਹੈ, ਹੁਣ ਸਿਰ ਪੀੜ ਸ਼ੁਰੂ ਹੋ ਗਈ,
ਮਾਥੇ ਪੀਰ, ਸਰੀਰ ਜਲਨ ਹੈ, ਸਾੜ ਪੈਂਦਾ ਹੁਣ ਅੰਦਰ। ਕਰਕ ਕਲੇਜੇ ਮਾਹੀ, ਤੁਸੀਂ ਸੁਣਿਆ ਹੋਣਾ ਪਿੰਡਾਂ ਦੇ ਬਜ਼ੁਰਗ ਅੱਜ ਵੀ ਕਹਿੰਦੇ ਮੇਰੇ ਕਲੇਜੇ ਅੱਗ ਲੱਗ ਰਹੀ ਹੈ, ਕਲੇਜਾ ਸੜ ਰਿਹਾ। ਕਲੇਜੇ ਦਾ ਅਰਥ ਹੁੰਦਾ ਅਸਲ 'ਚ ਹਾਰਟ। ਕਰਕ ਕਲੇਜੇ ਮਾਹੀ, ਹੁਣ ਕਿਉਂਕਿ ਪ੍ਰੋਬਲਮ ਵੱਧ ਰਹੀਆਂ ਨੇ ਨਾ ਅੰਦਰ, ਫਿਜ਼ੀਕਲੀ ਤੌਰ 'ਤੇ ਕਮਜ਼ੋਰੀ ਆ ਰਹੀ ਹੈ ਅਸਲ ਦੇ ਵਿੱਚ। ਹੁਣ ਉਹਦਾ ਤੇ ਕੋਈ ਹੱਲ ਕਿਸੇ ਕੋਲ ਵੀ ਨਹੀਂ ਹੈਗਾ, ਉਹ ਤੇ ਏਜ ਦਾ ਫੈਕਟ ਪੈਣਾ ਹੀ ਪੈਣਾ। ਇਹ ਨੇਚਰ ਵਿੱਚ ਹੈ, ਕੁਦਰਤੀ ਤੌਰ 'ਤੇ। ਚੱਬਣ ਚੱਲਣ ਰਤਨ ਸੇ ਸੁਣੀਆਂ ਬਹਿ ਗਏ, ਫਰੀਦ ਸਾਹਿਬ ਜੀ ਦਾ ਸਲੋਕ ਹੈ। ਕਹਿੰਦੇ ਚੱਬਣ ਦੰਦ ਉਹ ਵੀ ਚਲੇ ਗਏ, ਚੱਲਣ ਪੈਰ ਕੰਮ ਕਰਨੇ ਬੰਦ ਹੋ ਗਏ, ਗੋਡੇ ਪੀੜ ਕਰਦੇ ਨੇ। ਚੱਬਣ ਚੱਲਣ ਰਤਨ ਅੱਖਾਂ, ਸੇ ਸੁਣੀਆਂ ਕੰਨ ਬਹਿ ਗਏ, ਚਲੇ ਗਏ ਵਿੰਦਿਆਂ ਵਿੰਦਿਆਂ। ਹੇੜੇ ਮੁੱਤੀ ਧਾ, ਹੇੜੇ ਕਹਿੰਦੇ ਨੇ ਸਰੀਰ ਨੇ ਧਾ ਮਾਰੀ। ਇਹ ਸਾਰਾ ਕੁਝ ਵੇਖ ਕੇ ਨਾ ਕਿ ਮੇਰੇ ਜਾਨੀ ਚਲੇ ਗਏ ਸਾਰੇ। ਹੇੜੇ ਮੁੱਤੀ ਧਾ ਸੇ ਜਾਨੀ ਚਲ ਗਏ। ਮੈਂ ਜਿਨ੍ਹਾਂ ਤੇ ਫਖਰ ਕਰਦਾ ਸੀ ਕਿਸੇ ਟਾਈਮ ਤੇ, ਉਹ ਸਾਰੇ ਹੀ ਮੇਰਾ ਸਾਥ ਛੱਡ ਗਏ। ਸਮਾਂ ਨਹੀਂ ਇਸ ਵਿਸਥਾਰ 'ਚ ਜਾਵਾਂ। ਇਹ ਗੱਲ ਸਮਝਣ ਵਾਲੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਨਾ ਜਿਹੜਾ ਬਹੁਤਾਤ ਥਾਂ ਤੇ ਕੁਟੰਬ ਸ਼ਬਦ ਆਇਆ ਹੈ, ਪਰਿਵਾਰ ਸ਼ਬਦ ਆਇਆ ਹੈ, ਕੁੱਲ ਸ਼ਬਦ ਆਇਆ, ਉਹ ਗਿਆਨ ਇੰਦਰੀਆਂ ਦੇ ਸੰਬੰਧੀ ਵੀ ਆਇਆ। ਉਦਾਹਰਨ ਤੌਰ ਤੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਤੇ ਉੱਥੇ ਭਗਤ ਜੀ ਨੇ ਆਖਿਆ, ਕਹਿੰਦੇ ਇਹ ਜਿਹੜਾ ਮੇਰਾ ਹੁਣ ਪਰਿਵਾਰ ਹੈ ਮੇਰੇ ਸਰੀਰ ਦਾ, ਸਭ ਪਰਿਵਾਰ ਚੜਾਇਆ ਬੇੜੇ। ਸਭ ਪਰਿਵਾਰ, ਉੱਥੇ ਕਿਹੜਾ ਸਾਰਾ ਪਰਿਵਾਰ, ਫੈਮਿਲੀ ਮੈਂਬਰ ਥੋੜਾ, ਸਭ ਪਰਿਵਾਰ ਆ ਗਿਆਨ ਇੰਦਰੇ ਚੜਾਇਆ ਬੇੜੇ, ਲੇਖੇ ਲਾਤੇ, ਇਹਨਾਂ ਨੂੰ ਤਾਰ ਦੇ ਹੁਣ ਬਸ। ਗੁਰੂ ਅਮਰਦਾਸ ਮਹਾਰਾਜ ਨੇ ਨੰਦ ਸਾਹਿਬ ਦੀ ਬਾਣੀ 'ਚ ਆਖਿਆ, ਤਕਰੀਬਨ 11ਵੀਂ ਪੌੜੀ ਹੈ, ਇਹ ਮਨ ਪਿਆਰਿਆ, ਮਨ ਨੂੰ ਕਿਹਾ ਵੇਖੋ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। ਇਹ ਮਨ ਦਾ ਕੁਟੰਬ ਹੈ, ਇਹ ਗਿਆਨ ਇੰਦਰੇ, ਅੱਖਾਂ ਕੰਨ ਹੱਥ ਪੈਰ, ਇਹ ਜਿੰਨੇ ਟੂਲ ਨੇ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ। ਚੱਲਦੇ ਨੇ ਕਦੇ? ਚੱਬਣ ਚੱਲਣ ਕੁਟੰਬ ਸੁਣੀਆਂ ਬਹਿ ਗਏ, ਜਾਂਦੇ ਜਾਣਗੇ, ਵਿੰਦਿਆਂ ਵਿੰਦੇ ਸਾਰੇ ਸਾਥ ਛੱਡਣਗੇ ਹੌਲੀ ਹੌਲੀ। ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਏ, ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛਤਾਈਏ। ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਉਹ ਨਾਲ ਰਹੇਗਾ। ਬਜ਼ੁਰਗੀ ਦੇ ਵੇਲੇ ਵੀ ਤੇਰੇ ਕੋਲ ਗੁਰੂ ਦਾ ਸੁਨੇਹਾ ਤੇਰੇ ਨਾਲ ਰਹੇਗਾ, ਉਹਨੂੰ ਫੜਨ ਦੀ ਕੋਸ਼ਿਸ਼ ਕਰ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਮਨ ਨੂੰ ਕਹਿ ਰਹੇ ਨੇ। ਸੋ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਕਹਿ ਰਹੇ ਨੇ, ਬਿਰਧ ਭਇਓ ਸੂਝੈ ਨਹੀਂ। ਹੁਣ ਵੀ ਸਮਝ ਨਹੀਂ ਆ ਰਹੀ ਇਹ ਗੱਲ। ਸੂਝੈ ਦਾ ਅਰਥ ਹੈ ਸਮਝ ਨਹੀਂ ਆ ਰਹੀ। ਇਹ ਗੱਲ ਨੂੰ ਤੂੰ ਫੜ ਕਿਉਂ ਨਹੀਂ ਰਿਹਾ, ਸਚਾਈ ਨੂੰ ਕਬੂਲ ਕਿਉਂ ਨਹੀਂ ਕਰ ਰਿਹਾ। ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਕਾਲ ਕਹਿੰਦੇ ਨੇ ਸਮਾਂ, ਵਕਤ। ਹੁਣ ਕਿਨਾਰਾ ਦਿਖ ਰਿਹਾ ਹੋਏ ਤੈਨੂੰ, ਹੁਣ ਐਂਡਿੰਗ ਹੈ ਬਸ, ਇਹਦੇ ਅੱਗੇ ਕੋਈ ਏਜ ਨਹੀਂ ਰਹਿ ਜਾਂਦੀ। ਕਹੋ ਨਾਨਕ ਨਰ ਬਾਵਰੇ ਕਿਉਂ ਨਾ ਭਜੇ ਭਗਵਾਨ। ਭਗਵਾਨ ਦਾ ਅਰਥ ਹੈ ਉਹ ਕਰਤਾ ਕਾਲ ਪੁਰਖ ਵਾਹਿਗੁਰੂ, ਉਹਦੇ ਵੱਲ ਨੂੰ ਕਿਉਂ ਨਹੀਂ ਤੁਰ ਰਿਹਾ। ਉਹਦੇ ਹੁਕਮ ਨੂੰ ਸਮਝ, ਉਹਦੇ ਹੁਕਮ ਦੀ ਪਾਲਣਾ ਕਰ, ਹੁਕਮ ਦੇ ਵਿੱਚ ਹੁਕਮੀ ਬਣ। ਔਰ ਜੋ ਕੁਝ ਵੀ ਕਾਇਨਾਤ 'ਚ ਹੁਕਮ ਦੇ ਵਿੱਚ ਜੀ ਜੰਤ ਬਣੇ ਨੇ, ਉਹਨਾਂ ਦੀਆਂ ਸੇਵਾਵਾਂ ਆਪਣੇ ਹਿੱਸੇ ਲੈ ਲੈ। ਇਹ ਸੂਝ ਬੂਝ ਗੁਰੂ ਕੋਲੋਂ ਲੈ। ਸੋ ਵਿਚਾਰਾਂ ਦੌਰਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਮਹਾਰਾਜ ਜੀ ਨੇ ਬੜੇ ਪਿਆਰੇ ਸ਼ਬਦ ਔਰ ਬੜੇ ਸੌਖੇ ਅੱਖਰਾਂ ਦੇ ਵਿੱਚ ਵਰਤੇ ਨੇ, ਪਰ ਇਹਨਾਂ ਦੇ ਪਿੱਛੇ ਜੋ ਭਾਵ ਹੈ ਮਹਾਰਾਜ ਦਾ ਕਹਿਣ ਦਾ, ਉਹਨੂੰ ਕੁਝ ਜਾਣਨ ਦਾ, ਵਿਚਾਰਨ ਦਾ ਅਸੀਂ ਹੀ ਆ ਕਰ ਸਕਦੇ ਹਾਂ। ਸੋ ਅਗਲੇਰੇ ਸਲੋਕ ਦੀ ਵਿਚਾਰ ਮਹਾਰਾਜ ਅਗਲੇ ਆਉਣ ਵਾਲੇ ਸ਼ਨੀਵਾਰ ਕਰਾਉਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।